हेलो एवरीवन, वेलकम टू सीबीसी अकेडमी। और मैं हाँ अरुण तनेजा। आज आप स्टार्ट करन लगे हैं जोग्राफी बेस्ट MCQs फॉर पंजाब PCS 2020। अपना ये पहला पार्ट हैगा। ਆਪਾਂ MCQs नहीं करांगे, ਉਹਦੇ ਨਾਲ ਜਿੰਨੇ ਵੀ ਰਿਲੇਟਡ ਕਨਸੈਪਟ ਹੋਣਗੇ, ਜਿਵੇਂ ਆਪਣਾ ਪਹਿਲਾ ਫਾਰਮੈਟ ਚੱਲ ਰਿਹਾ ਸੀਗਾ ਮੋਸਟ ਇੰਪੋਰਟੈਂਟ GS ਕੁਐਸਚਨ ਫॉर PCS 2020 ਦਾ, ਉਵੇਂ ਹੀ ਚੱਲੂਗਾ। ਇਹ ਸਾਰੇ ਕੁਐਸਚਨ ਆਪਣੇ ਪੰਜਾਬ PCS 2020 ਆਉਣ ਲਈ ਜਿਹੜਾ ਆਉਣ ਵਾਲਾ ਉਹਦੇ ਲਈ ਬਹੁਤ ਹੀ ਜ਼ਿਆਦਾ ਰੈਲੇਵੈਂਟ ਹੋਣਗੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜੇ ਸਾਰੇ ਕਨਸੈਪਟ ਹੈਗੇ ਉਹਨਾਂ ਨੂੰ ਕਲੀਅਰ ਕਰੀਏ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਹਾਂਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਵੀ ਇਸ ਟੌਪਿਕ ਦਾ ਸੋਰਸ ਕੀ ਰਹੂਗਾ। ਇਸ ਟੌਪਿਕ ਦਾ ਸੋਰਸ ਰਹੂਗਾ ਜਿਹੜੇ ਆਪਣੇ ਪ੍ਰੀਵੀਅਸ ਈਅਰ ਪੇਪਰਸ ਹੈਗੇ ਆ UP PCS, UPSC, ਬਿਹਾਰ PCS, MP PCS ਐਂਡ ਦਾ ਅਦਰ ਸਟੇਟ ਐਗਜ਼ਾਮ, ਜਿਵੇਂ ਕਿ ਝਾਰਖੰਡ, ਛੱਤੀਸਗੜ੍ਹ, ਜਿੰਨੇ ਵੀ PCS ਆਪਣੇ ਹੋ ਚੁੱਕੇ ਹੈ ਉਹਨਾਂ 'ਚੋਂ ਜਿਹੜੇ ਕੁਐਸਚਨ ਆਏ ਹੋਏ ਹੈ, ਰਿਪੀਟ ਹੋਏ ਹੈ ਵਾਰ-ਵਾਰ, ਅਤੇ ਜਿਹੜੇ ਆਪਣੇ ਜਿਹੜਾ PPSC 2020 ਆਉਣ ਵਾਲਾ ਹੈ ਉਹਦੇ ਲਈ ਰੈਲੇਵੈਂਟ ਹੈਗੇ, ਆਪਾਂ ਸਿਰਫ ਉਹੀ ਕੁਐਸਚਨ ਕਰਾਂਗੇ, ਉਹਨਾਂ ਤੋਂ ਇਲਾਵਾ ਆਪਾਂ ਕੋਈ ਕੁਐਸਚਨ ਨਹੀਂ ਕਰਾਂਗੇ। ਫਾਰਮੈਟ ਤੁਹਾਨੂੰ ਪਤਾ ਹੀ ਹੈਗਾ। ਆਪਾਂ ਸਟਾਰਟ ਕਰਦੇ ਹਾਂ ਹੁਣ ਆਪਣਾ ਅੱਜ ਦਾ ਪਹਿਲਾ ਕੁਐਸਚਨ। ਦ ਸਦਰਨਮੋਸਟ ਪੁਆਇੰਟ ਆਫ ਦਾ ਇੰਡੀਆ ਦਾ ਇੰਦਰਾ ਪੁਆਇੰਟ ਇਜ਼ ਇਨ। ਜਿਹੜਾ ਆਪਣਾ ਸਦਰਨਮੋਸਟ ਪੁਆਇੰਟ ਹੈਗਾ ਇੰਡੀਆ ਦਾ ਇੰਦਰਾ ਪੁਆਇੰਟ, ਉਹ ਕਿੱਥੇ ਹੈਗਾ ਆਪਾਂ ਨੂੰ ਇਹ ਪੁੱਛਿਆ ਗਿਆ। ਸੋ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੈ। ਪਹਿਲਾ ਆਪਸ਼ਨ ਹੈਗਾ ਤਾਮਿਲਨਾਡੂ, B ਹੈਗਾ ਛੋਟਾ ਨਿਕੋਬਾਰ, C ਹੈਗਾ ਗ੍ਰੇਟਰ ਨਿਕੋਬਾਰ, ਅਤੇ D ਹੈਗਾ ਕਰ ਨਿਕੋਬਾਰ ਆਈਲੈਂਡ। ਸੋ ਬਹੁਤ ਹੀ ਮਿਲਦੇ ਜੁਲਦੇ ਜੋ ਆਪਸ਼ਨਸ ਹੈਗੇ ਆ। ਆਪਾਂ ਵੈਸੇ ਤਾਂ ਜੇ ਆਪਾਂ ਲੇਮਨ ਗੈਸ ਲਾਈਏ ਤਾਂ ਕੰਨਿਆ ਕੁਮਾਰੀ ਲਾ ਦਿੰਦੇ ਹੁੰਦੇ ਆ ਵੀ ਤਾਮਿਲਨਾਡੂ ਦੇ ਵਿੱਚ ਹੋਊਗਾ ਇੰਦਰਾ ਪੁਆਇੰਟ, ਕਿਉਂਕਿ ਮੇਨਲੈਂਡ 'ਤੇ ਤਾਂ ਆਪਣਾ ਕੰਨਿਆ ਕੁਮਾਰੀ ਬਣਦਾ। ਪਰ ਜੇ ਆਪਾਂ ਓਵਰਆਲ ਆਪਣੇ ਕੋਲ ਪੁੱਛਿਆ ਗਿਆ ਇੰਦਰਾ ਪੁਆਇੰਟ ਕਿੱਥੇ ਹੈਗਾ, ਆਪਣਾ ਹੈਗਾ ਗ੍ਰੇਟਰ ਨਿਕੋਬਾਰ ਦੇ ਵਿੱਚ ਜਾਂ ਗ੍ਰੇਟ ਨਿਕੋਬਾਰ ਦੇ ਵਿੱਚ ਹੈਗਾ ਆਪਣਾ ਇੰਦਰਾ ਪੁਆਇੰਟ। ਹੁਣ ਮੈਂ ਤੁਹਾਨੂੰ ਕੁਛ ਅੰਡਾਮਾਨ ਨਿਕੋਬਾਰ ਬਾਰੇ ਗੱਲਾਂ ਦੱਸਣਾ ਚਾਹੂੰਗਾ ਵੀ ਜਿਹੜਾ ਅੰਡਾਮਾਨ ਨਿਕੋਬਾਰ ਹੈਗਾ ਉਹਦੀ ਕੈਪੀਟਲ ਹੈਗੀ ਹੈ ਪੋਰਟ ਬਲੇਅਰ। ਜਿਹੜਾ ਉਹਦਾ ਸਭ ਤੋਂ ਹਾਈਐਸਟ ਪੀਕ ਹੈਗਾ ਉਹ ਹੈਗਾ ਸੈਡਲ ਪੀਕ। ਸਭ ਤੋਂ ਜ਼ਿਆਦਾ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ ਵੀ ਕਿਹੜਾ ਆਈਲੈਂਡ ਹੈਗਾ ਜਿਹੜਾ ਕਿ ਵੋਲਕੈਨਿਕ ਆਈਲੈਂਡ ਹੈਗਾ ਅੰਡਾਮਾਨ ਨਿਕੋਬਾਰ ਦੇ ਵਿੱਚ, ਉਹਦਾ ਨਾਮ ਹੈਗਾ ਬੈਰਨ ਆਈਲੈਂਡ। ਸੋ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਇੱਕ ਗੱਲ ਹੋਰ ਵੀ ਹੈਗੀ ਹੈ ਜੋ ਅੰਡਾਮਾਨ ਨਿਕੋਬਾਰ ਦੇ ਨਾਲ ਰਿਲੇਟਿਡ ਹੈਗੀ ਹੈ, ਜਿਵੇਂ ਕਿ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਟਰਾਈਬਸ ਪਾਈਆਂ ਜਾਂਦੀਆਂ, ਜਿਹੜੀਆਂ ਆਪਣੀਆਂ ਕਿ ਨੋਮੈਡਿਕ ਟਰਾਈਬਸ ਹੈਗੀਆਂ ਉਹ ਪਾਈਆਂ ਜਾਂਦੀਆਂ। ਉਹਨਾਂ ਦੇ ਨਾਮ ਹੈਗੇ ਹੈ ਸੈਂਟਲੀਸ, ਸ਼ੌਂਪੈਨ ਟਰਾਈਬ, ਜਾਰਵਾਸ ਟਰਾਈਬ। ਇਹ ਤਿੰਨ ਟਰਾਈਬਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀਆਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਸੋ ਇਹ ਸਾਰੀਆਂ ਟਰਾਈਬਸ ਨੂੰ ਆਪਾਂ ਯਾਦ ਰੱਖਣਾ। ਸੋ ਆਪਾਂ ਫਿਰ ਇੱਕ ਵਾਰ ਰਿਪੀਟ ਕਰ ਲੈਂਦੇ ਹਾਂ। ਜਿਹੜਾ ਇੰਦਰਾ ਪੁਆਇੰਟ ਹੈਗਾ ਗ੍ਰੇਟਰ ਨਿਕੋਬਾਰ ਦੇ ਵਿੱਚ ਹੈਗਾ। ਸੋ ਗ੍ਰੇਟਰ ਅੰਡਾਮਾਨ ਨਿਕੋਬਾਰ ਦੀ ਕੈਪੀਟਲ ਕਿਹੜੀ ਹੈਗੀ ਹੈ, ਪੋਰਟ ਬਲੇਅਰ। ਅੰਡਾਮਾਨ ਨਿਕੋਬਾਰ ਦਾ ਹਾਈਐਸਟ ਪੀਕ ਕਿਹੜਾ ਹੈਗਾ, ਸੈਡਲ ਪੀਕ। ਵੋਲਕੈਨਿਕ ਆਈਲੈਂਡ ਕਿਹੜਾ ਹੈਗਾ ਅੰਡਾਮਾਨ ਨਿਕੋਬਾਰ ਦੇ ਵਿੱਚ, ਐਕਟਿਵ ਵੋਲਕੈਨਿਕ ਆਈਲੈਂਡ, ਉਹ ਹੈਗਾ ਬੈਰਨ ਆਈਲੈਂਡ। ਟਰਾਈਬਸ ਕਿਹੜੀਆਂ ਪਾਈ ਜਾਂਦੀ ਹੈ, ਸ਼ੌਂਪੈਨ ਟਰਾਈਬ ਪਾਈ ਜਾਂਦੀ ਹੈ, ਜਾਰਵਾਸ ਪਾਈ ਜਾਂਦੀ ਹੈ, ਅਤੇ ਸੈਂਟਲਿਸ ਟਰਾਈਬ ਪਾਈ ਜਾਂਦੀ ਆ। ਇਹ ਸਾਰੀਆਂ ਕਿਤੇ ਨਾ ਕਿਤੇ ਨਿਊਜ਼ ਦੇ ਵਿੱਚ ਹੈਗੀਆਂ ਸੀ ਟਰਾਈਬਸ, ਇਸ ਲਈ ਆਪਾਂ ਤੁਹਾਨੂੰ ਕਰਵਾ ਰਹੇ ਹਾਂ। ਸੋ ਇਸੇ ਤਰ੍ਹਾਂ ਆਪਾਂ ਸਾਰੇ ਜੋਗਰਾਫੀ ਦੇ ਕੁਐਸਚਨ ਕਵਰ ਕਰਾਂਗੇ, ਉਹਦੇ ਨਾਲ ਜਿੰਨੇ ਵੀ ਮਿਲਦੇ ਜੁਲਦੇ ਕਨਸੈਪਟ ਹੋਣਗੇ ਤੁਹਾਨੂੰ ਕਰਵਾਏ ਜਾਣਗੇ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਬੋਰਡਰਿੰਗ ਸਟੇਟ 'ਤੇ ਕੁਐਸਚਨ। ਆਪਾਂ ਨੂੰ ਪੁੱਛਿਆ ਗਿਆ ਵਿਚ ਵਨ ਆਫ ਦਾ ਫੋਲੋਇੰਗ ਸਟੇਟ ਡਜ਼ ਨਾਟ ਫਾਰਮ ਦਾ ਬਾਰਡਰ ਵਿਦ ਦਾ ਬੰਗਲਾਦੇਸ਼। ਨੌਰਥ ਈਸਟਰਨ ਸਟੇਟ 'ਤੇ ਹਮੇਸ਼ਾ ਕੁਐਸਚਨ ਪੁੱਛਿਆ ਜਾਂਦਾ ਹੈ PPSC ਦੇ ਵਿੱਚ ਜਾਂ ਹੋਰ ਜਿਹੜੇ ਆਪਣੇ ਸਟੇਟ ਦੇ ਐਗਜ਼ਾਮ ਹੈਗੇ ਆ, ਕਿਉਂਕਿ ਆਪਾਂ ਨੂੰ ਇਹ ਜ਼ਿਆਦਾ ਜਿਹੜਾ ਆਪਣਾ ਏਰੀਆ ਹੈਗਾ ਐਕਸਪਲੋਰਡ ਏਰੀਆ ਹੈ ਨਹੀਂਗਾ ਆਪਣੇ ਲਈ। ਸੋ ਇਸ 'ਤੇ ਕੁਐਸਚਨ ਬਣ ਸਕਦਾ ਕੱਲ੍ਹ ਨੂੰ ਵੀ ਕਿਹੜਾ ਸਟੇਟ ਹੈਗਾ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚੋਂ, ਇਹਨਾਂ ਚਾਰ ਆਪਸ਼ਨਸ ਦੇ ਵਿੱਚੋਂ ਜਿਹੜਾ ਬੰਗਲਾਦੇਸ਼ ਨੂੰ ਟੱਚ ਨਹੀਂ ਕਰਦਾ। ਸੋ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ। ਪਹਿਲਾ ਆਪਸ਼ਨ ਹੈਗਾ ਮੇਘਾਲਿਆ, B ਆਪਸ਼ਨ ਹੈਗਾ ਤ੍ਰਿਪੁਰਾ, C ਆਪਸ਼ਨ ਹੈਗਾ ਮਨੀਪੁਰ, D ਆਪਸ਼ਨ ਹੈਗਾ ਮਿਜ਼ੋਰਮ। ਸੋ ਜਿਹੜਾ ਵੈਸਟ ਬੰਗਾਲ, ਅਸਾਮ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਆਰ ਦਾ ਇੰਡੀਅਨ ਸਟੇਟ ਦੈਟ ਸ਼ੇਅਰ ਦੇਅਰ ਬਾਰਡਰ ਵਿਦ ਦਾ ਬੰਗਲਾਦੇਸ਼। ਇਹ ਜਿਹੜੀਆਂ ਸਟੇਟਸ ਹੈਗੀਆਂ ਜਿਵੇਂ ਕਿ ਵੈਸਟ ਬੰਗਾਲ, ਅਸਾਮ ਅਤੇ ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਇਹ ਸਾਰੀਆਂ ਸਟੇਟ ਬੰਗਲਾਦੇਸ਼ ਨੂੰ ਟੱਚ ਕਰਦੀਆਂ। ਜਿਹੜੀ ਮਨੀਪੁਰ ਸਟੇਟ ਹੈਗੀ ਹੈ ਉਹ ਬੰਗਲਾਦੇਸ਼ ਨੂੰ ਟੱਚ ਨਹੀਂ ਕਰਦੀ। ਤੁਸੀਂ ਜਦੋਂ ਵੀ ਮੈਪਿੰਗ ਦੇ ਕੁਐਸਚਨ ਪੜ੍ਹਨੇ ਆ ਜੋਗਰਾਫੀ ਦੇ ਵਿੱਚ, ਤਾਂ ਤੁਸੀਂ ਜਿਹੜਾ ਮੈਪ ਹੈਗਾ ਉਹ ਆਪਣੇ ਸਾਹਮਣੇ ਰੱਖਣਾ ਹੈ। ਜਦੋਂ ਵੀ ਤੁਸੀਂ ਬਾਰਡਰਸ ਵੇਖ ਰਹੇ ਹੋ ਜਾਂ ਮੂਵਮੈਂਟ ਵੇਖ ਰਹੇ ਹੋ ਬਾਰਡਰਸ ਦੀ, ਤਾਂ ਆਪਣੇ ਕੋਲ ਮੈਪ ਰੱਖਣਾ ਹੈ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈਗਾ ਦ ਇੰਡੀਅਨ ਸਬ ਕੰਟੀਨੈਂਟ ਵਾਜ਼ ਓਰੀਜਨਲੀ ਦ ਪਾਰਟ ਆਫ ਦਾ ਹਿਊਜ ਮਾਸ ਕਾਲਡ। ਜਿਹੜਾ ਇੰਡੀਅਨ ਸਬ ਕੰਟੀਨੈਂਟ ਸੀਗਾ ਉਹ ਕਿਹਦਾ ਪਾਰਟ ਹੁੰਦਾ ਸੀਗਾ। ਸੋ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ। ਜੁਰਾਸਿਕ ਲੈਂਡ ਮਾਸ ਦਾ, B ਹੈਗਾ ਆਰਿਆਵਰਤਾ ਦਾ, C ਹੈਗਾ ਇੰਡੀਆਨਾ ਦਾ, D ਹੈਗਾ ਗੋਂਡਵਾਨਾ ਕੰਟੀਨੈਂਟ ਦਾ। ਸੋ ਜਿਹੜਾ ਆਪਣਾ ਇੰਡੀਅਨ ਸਬ ਕੰਟੀਨੈਂਟ ਸੀਗਾ ਉਹ ਗੋਂਡਵਾਨਾ ਕੰਟੀਨੈਂਟ ਦਾ ਪਹਿਲਾ ਪਾਰਟ ਸੀਗਾ। ਬਾਅਦ 'ਚ ਇਹ ਸਾਰੇ ਜਿਹੜੇ ਪਾਰਟ ਹੈਗੇ ਆ ਅੱਡੋ ਅੱਡ ਹੋ ਗਏ ਸੀਗੇ। ਸੋ ਆਪਾਂ ਡਿਟੇਲ ਦੇ ਵਿੱਚ ਆਪਾਂ ਪੜ੍ਹ ਲੈਂਦੇ ਦੀ ਐਕਸਪਲੇਨੇਸ਼ਨ ਕੀ ਹੈ। ਦ ਇੰਡੀਅਨ ਸਬ ਕੰਟੀਨੈਂਟ ਵਾਜ਼ ਓਰੀਜਨਲੀ ਅ ਪਾਰਟ ਆਫ ਦਾ ਹਿਊਜ ਲੈਂਡ ਮਾਸ ਕਾਲਡ ਦਾ ਗੋਂਡਵਾਨਾ ਕੰਟੀਨੈਂਟ। Gondwana was the ancient supercontinent that was broke into the 200 million years ago. The continent eventually split into the masses that were recognized today as Africa,
ਸਾਊਥ ਅਮਰੀਕਾ, ਆਸਟ੍ਰੇਲੀਆ, ਅੰਟਾਰਕਟਿਕਾ ਐਂਡ ਦ ਇੰਡੀਅਨ ਸਬ ਕੌਂਟੀਨੈਂਟ। ਜਿਹੜਾ ਮੇਨ ਕੌਂਟੀਨੈਂਟ ਸੀਗਾ ਗੋਂਡਵਾਨਾ ਕੌਂਟੀਨੈਂਟ, ਉਹ ਅੱਗੇ ਫਰਦਰ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ, ਜਿਵੇਂ ਕਿ ਆਸਟ੍ਰੇਲੀਆ, ਅੰਟਾਰਕਟਿਕਾ, ਇੰਡੀਆ ਸਬ ਕੌਂਟੀਨੈਂਟ ਐਂਡ ਦ ਅਰੇਬੀਅਨ ਪੈਨੀਸੂਲਾ। ਇਹ ਸਾਰੇ ਕਿਹਦੇ ਪਾਰਟ ਹੈਗੇ? ਗੋਂਡਵਾਨਾ ਕੌਂਟੀਨੈਂਟ ਦੇ। ਜਿਹੜਾ ਗੋਂਡਵਾਨਾ ਕੌਂਟੀਨੈਂਟ ਸੀਗਾ ਉਹ ਖੁਦ ਕਿਹਦਾ ਪਾਰਟ ਸੀਗਾ? ਉਹ ਖੁਦ ਪਾਰਟ ਸੀਗਾ ਪੈਂਜੀਆ ਲੈਂਡ ਮਾਸ ਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਛੋਟੀ ਜਿਹੀ ਥਿਊਰੀ ਹੈਗੀ ਹੈ ਜਿਹੜੀ ਕਿ ਐਲਫਰਡ ਵਾਗਨਰ ਨੇ ਪ੍ਰਪੋਜ਼ ਕੀਤੀ ਸੀਗੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਜਿਹੜੀ ਆਪਣੀ ਅਰਥ ਹੈਗੀ ਹੈ ਜਦੋਂ ਬਣੀ ਸੀਗੀ, ਬਣਨ ਤੋਂ ਪਹਿਲਾਂ ਇੱਕ ਪੂਰਾ ਲੈਂਡ ਮਾਸ ਹੁੰਦਾ ਸੀਗਾ, ਨਾ ਕਿ ਛੋਟੇ ਛੋਟੇ ਕੌਂਟੀਨੈਂਟ ਹੁੰਦੇ ਸੀਗੇ। ਪੂਰੇ ਲੈਂਡ ਮਾਸ ਨੂੰ ਕੀ ਕਿਹਾ ਜਾਂਦਾ ਸੀਗਾ? ਪੈਂਜੀਆ। ਜਿਹੜਾ ਉਹਦੇ ਆਸੇ-ਪਾਸੇ ਵਾਟਰ ਹੁੰਦਾ ਸੀਗਾ ਉਹਨੂੰ ਕੀ ਕਿਹਾ ਜਾਂਦਾ ਸੀਗਾ? ਪੰਥਲਾਸ਼ਾ। ਜਿਹੜਾ ਪੈਂਜੀਆ ਸੀਗਾ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ। ਇੱਕ ਪਾਰਟ ਸੀਗਾ ਗੋਂਡਵਾਨਾ ਕੌਂਟੀਨੈਂਟ, ਇੱਕ ਪਾਰਟ ਸੀਗਾ ਲਿਊਰੇਸ਼ੀਆ ਕੌਂਟੀਨੈਂਟ। ਇਹਨੂੰ ਤੁਸੀਂ ਪੈਨ ਡਾਊਨ ਜ਼ਰੂਰ ਕਰ ਲਓ ਵੀ ਜਦੋਂ ਅਰਥ ਫਾਰਮ ਨਹੀਂ ਹੋਈ ਸੀ, ਜਿਵੇਂ ਆਪਣੇ ਹੁਣ ਦੇ ਕੌਂਟੀਨੈਂਟ ਹੈਗੇ ਆ ਉਦੋਂ ਨਹੀਂ ਫਾਰਮ ਹੋਏ ਸੀਗੇ, ਤਾਂ ਜਿਹੜੀ ਆਪਣੀ ਅਰਥ ਹੈਗੀ ਇੱਕ ਸਿੰਗਲ ਲੈਂਡ ਮਾਸ ਹੁੰਦੀ ਸੀ, ਜਿਹੜੇ ਸਿੰਗਲ ਲੈਂਡ ਮਾਸ ਦਾ ਨਾਮ ਕੀ ਹੁੰਦਾ ਸੀਗਾ? ਪੈਂਜੀਆ। ਪੈਂਜੀਆ ਅੱਗੇ ਫਰਦਰ ਟੂ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ। ਇੱਕ ਪਾਰਟ ਸੀਗਾ ਆਪਣਾ ਲਿਊਰੇਸ਼ੀਆ, ਇੱਕ ਪਾਰਟ ਸੀਗਾ ਗੋਂਡਵਾਨਾ ਕੌਂਟੀਨੈਂਟ। ਗੋਂਡਵਾਨਾ ਕੌਂਟੀਨੈਂਟ ਦੇ ਵਿੱਚ ਅੱਗੇ ਆਉਂਦਾ ਸੀਗਾ ਇੰਡੀਅਨ ਸਬ ਕੌਂਟੀਨੈਂਟ। ਫਿਰ ਆਪਾਂ ਰਿਪੀਟ ਕਰ ਲੈਂਦੇ ਹਾਂ ਵੀ ਇੱਕ ਵੱਡਾ ਲੈਂਡ ਮਾਸ ਹੁੰਦਾ ਸੀਗਾ, ਉਹਨੂੰ ਕਿਹਾ ਜਾਂਦਾ ਸੀ ਪੈਂਜੀਆ। ਪੈਂਜੀਆ ਅੱਗੇ ਫਰਦਰ ਟੂ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ, ਗੋਂਡਵਾਨਾ ਕੌਂਟੀਨੈਂਟ ਤੇ ਲਿਊਰੇਸ਼ੀਆ ਕੌਂਟੀਨੈਂਟ। ਜਿਹੜਾ ਉਹਦੇ ਆਸੇ-ਪਾਸੇ ਵਾਟਰ ਹੁੰਦਾ ਸੀਗਾ ਉਹਨੂੰ ਕਿਹਾ ਜਾਂਦਾ ਸੀਗਾ ਪੰਥਲਾਸ਼ਾ। ਸੋ ਇਹ ਸੀਗੀ ਇੱਕ ਥਿਊਰੀ ਸੀਗੀ ਜਿਹਦੇ ਦੁਆਰਾ ਜਿਹੜੇ ਆਪਣੇ ਹੁਣ ਦੇ ਕੌਂਟੀਨੈਂਟਸ ਹੈਗੇ ਆ ਉਹਨਾਂ ਦੀ ਫਾਰਮੇਸ਼ਨ ਦੱਸੀ ਗਈ ਸੀਗੀ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਇੰਡੀਆ ਇਜ਼ ਡਿਵਾਈਡਡ ਇਨਟੂ ਹਾਊ ਮੈਨੀ ਨੈਚੁਰਲ ਟੈਰੀਟਰੀਜ਼। ਇੰਡੀਆ ਕਿੰਨੀਆਂ ਨੈਚੁਰਲ ਟੈਰੀਟਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ? ਆਪਣੇ ਕੋਲ ਚਾਰ ਆਪਸ਼ਨ ਹੈਗੇ ਆ। ਏ ਆਪਸ਼ਨ ਹੈਗਾ 4, ਬੀ ਆਪਸ਼ਨ 6, ਸੀ ਆਪਸ਼ਨ 7 ਤੇ ਡੀ ਆਪਸ਼ਨ 8। ਜਿਹੜਾ PPSC ਨੇ ਪਿਛਲੀ ਵਾਰੀ ਆਪਾਂ ਨੂੰ ਜ਼ੋਨ ਪੁੱਛੀਆਂ ਗਈਆਂ ਸੀਗੀਆਂ ਐਗਰੀਕਲਚਰ ਜ਼ੋਨਸ ਤੇ ਕੁਐਸਚਨ ਆਇਆ ਸੀਗਾ, ਕੱਲ੍ਹ ਨੂੰ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਇੰਡੀਆ ਦੀ ਨੈਚੁਰਲ ਟੈਰੀਟਰੀਜ਼ ਕਿੰਨੀ ਹੈ। ਇਹ ਵੀ ਇੱਕ UP PCS ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ, ਕੱਲ੍ਹ ਨੂੰ ਆਪਣੇ ਵੀ ਆ ਸਕਦਾ। ਸੋ ਇੰਡੀਆ ਦੀ ਨੈਚੁਰਲ ਟੈਰੀਟਰੀਜ਼ ਹੈਗੀਆਂ 4, ਉਹਨਾਂ ਦੇ ਨਾਮ ਹੈਗੇ ਆ India is divided into 4 main natural territories. These are Northern Mountainous Region, Large Plains, Peninsula Plateau, Coast and Island. ਸੋ ਇਹ ਹੈਗੀਆਂ ਇੰਡੀਆ ਦੀਆਂ 4 ਨੈਚੁਰਲ ਟੈਰੀਟਰੀਜ਼। ਸੋ ਇਹ ਸਾਰੀਆਂ ਆਪਾਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ। ਇੰਡੀਆ ਦੀ ਨੈਚੁਰਲ ਟੈਰੀਟਰੀਜ਼ ਕਿੰਨੀਆਂ? 4। ਉਹਨਾਂ ਦੇ ਨਾਮ ਕੀ ਹੈ? ਨਰਦਰਨ ਮਾਊਂਟੇਨ ਰੇਂਜ, ਲਾਰਜਰ ਪਲੇਨਸ, ਪੈਨੀਸੂਲਾ ਪਲੇਟਿਓ, ਦਾ ਕੋਸਟ ਐਂਡ ਦਾ ਆਈਲੈਂਡ। ਸੋ ਤੁਸੀਂ ਵੇਖ ਸਕਦੇ ਹੋ ਨਰਦਰਨ ਮਾਊਂਟੇਨ ਰੇਂਜ ਦੇ ਵਿੱਚ ਕੀ ਆ ਜਾਂਦਾ? ਆਪਣਾ ਹਿਮਾਲਿਆਜ਼ ਆ ਜਾਂਦਾ ਹੈ। ਪਲੇਨਸ ਦੇ ਵਿੱਚ ਕੀ ਆ ਜਾਂਦੇ ਆ? ਜਿਹੜੇ ਆਪਣੇ ਗੰਗਾ ਪਲੇਨ ਹੈ, ਬ੍ਰਹਮਪੁੱਤਰਾ ਪਲੇਨ ਹੈ, ਪੰਜਾਬ ਪਲੇਨ ਹੈ। ਪੈਨੀਸੂਲਾ ਪਲੇਟਿਓ ਦੇ ਵਿੱਚ ਕੀ ਆ ਜਾਂਦਾ? ਜਿਹੜਾ ਆਪਣਾ ਡੈਕਨ ਪਲੇਟਿਓ ਹੈਗਾ, ਵਿੰਧਿਆਸ ਰੇਂਜ ਹੈਗੀਆਂ, ਇਹ ਸਾਰਾ ਕਿਹਦੇ ਵਿੱਚ ਆ ਜਾਂਦਾ ਹੈ? ਪੈਨੀਸੂਲਾ ਪਲੇਟਿਓ ਦੇ ਵਿੱਚ। ਕੋਸਟ ਐਂਡ ਆਈਲੈਂਡ ਦੇ ਵਿੱਚ ਕੀ ਆ ਜਾਂਦਾ? ਜਿਹੜੇ ਆਪਣੇ ਆਈਲੈਂਡ ਹੈਗੇ ਆ ਜਿਵੇਂ ਕਿ ਲਕਸ਼ਦ੍ਵੀਪ, ਅੰਡਾਮਾਨ ਨਿਕੋਬਾਰ ਆਈਲੈਂਡ। ਕੋਸਟ ਦੇ ਵਿੱਚ ਕੀ ਆ ਜਾਂਦਾ ਹੈ? ਜਿਵੇਂ ਕਿ ਬੇ ਆਫ ਬੰਗਾਲ ਦੀ ਕੋਸਟ ਹੈਗੀ ਆ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ ਵੀ ਨੈਚੁਰਲ ਟੈਰੀਟਰੀ ਇੰਡੀਆ ਦੇ ਕਿੰਨੀਆਂ ਹੈਗੀਆਂ? 4 ਹੈਗੀਆਂ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਇਨ ਵਿਚ ਰੌਕ ਸਿਸਟਮ ਆਊਟ ਆਫ ਦ ਫੋਲੋਇੰਗ ਇਜ਼ ਆਇਰਨ ਔਰ ਫਾਊਂਡ ਇਨ ਇੰਡੀਆ। ਕਿਹੜਾ ਰੌਕ ਸਿਸਟਮ ਇਹੋ ਜਿਹਾ ਹੈਗਾ ਜਿਹਦੇ ਵਿੱਚ ਆਇਰਨ ਫਾਰਮ ਹੁੰਦਾ ਹੈ? ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਵਿੰਧਿਆ ਰੌਕ ਸਿਸਟਮ, ਕੁਡਪਾ ਰੌਕ ਸਿਸਟਮ, ਧਾਰਵਾੜ ਰੌਕ ਸਿਸਟਮ ਤੇ ਗੋਂਡਵਾਨਾ ਰੌਕ ਸਿਸਟਮ। ਸੋ ਜਿਹੜਾ ਵਿੰਧਿਆਸ ਹੈਗਾ ਤੁਹਾਨੂੰ ਪਤਾ ਹੋਣਾ ਚਾਹੀਦਾ। ਵਿੰਧਿਆਸ ਜਿਹੜਾ ਮਹਾਰਾਸ਼ਟਰ ਦੇ ਵਿੱਚ ਫੈਲਿਆ ਹੋਇਆ, ਜਿਹੜਾ ਕੁਡੱਪਾ ਹੈਗਾ ਆਂਧਰਾ ਪ੍ਰਦੇਸ਼ ਦੇ ਵਿੱਚ ਜ਼ਿਆਦਾ ਫੈਲਿਆ ਹੋਇਆ, ਜਿਹੜਾ ਧਾਰਵਾੜ ਰੌਕ ਸਿਸਟਮ ਹੈਗਾ ਮਹਾਰਾਸ਼ਟਰ ਦੇ ਜਿਹੜੇ ਰੀਜਨ ਹੈਗੇ ਉਹਨਾਂ ਵਿੱਚ ਫੈਲਿਆ ਹੋਇਆ, ਜਿਹੜਾ ਗੋਂਡਵਾਨਾ ਹੈਗਾ ਉਹ ਜਿਹੜੇ ਆਪਣੇ ਜਿੱਥੋਂ ਕੋਲ ਪ੍ਰੋਡਿਊਸ ਹੁੰਦਾ ਉੱਥੇ ਫੈਲਿਆ ਹੋਇਆ ਜ਼ਿਆਦਾ। ਸੋ ਜਿਹੜਾ ਆਪਣਾ ਜਿੱਥੇ ਜ਼ਿਆਦਾ ਆਇਰਨ ਐਂਡ ਔਰ ਮਿਲਦਾ ਉਹ ਹੈਗਾ ਧਾਰਵਾੜ ਸਿਸਟਮ, ਜਿੱਥੇ ਆਪਣਾ ਸਭ ਤੋਂ ਜ਼ਿਆਦਾ ਆਇਰਨ ਐਂਡ ਔਰ ਮਿਲਦਾ ਹੈ। ਜਿਵੇਂ ਕਿ ਆਪਾਂ ਲੈ ਸਕਦੇ ਹਾਂ, ਜਿਵੇਂ ਕਿ ਏਰੀਆਜ਼ ਹੈਗੇ ਆ, आप पढ़ भी सकते हैं। आयरन एंड और इज फाउंड इन द मेनली इन द धारवाड़ रॉक सिस्टम। धारवाड़ रॉक सिस्टम इज द मोस्ट इंपॉर्टेंट रॉक सिस्टम इन टर्म ऑफ द ਇਕਨੋਮਿਕ ਵੈਲਿਊ ਇਨ ਇਟ। ਧਾਰਵਾੜ ਰੌਕ ਸਿਸਟਮ ਦੇ ਵਿੱਚ ਹੋਰ ਕਿਹੜੇ ਪ੍ਰੈਸ਼ੀਅਸ ਮੈਟਲ ਪਾਏ ਜਾਂਦੇ ਆ? ਜਿਵੇਂ ਕਿ ਲੈਡ ਹੋ ਗਿਆ, ਜਿੰਕ ਹੋ ਗਿਆ, ਗੋਲਡ ਹੋ ਗਿਆ, ਸਿਲਵਰ ਹੋ ਗਿਆ, ਡੋਲਾਮਾਈਟ ਹੋ ਗਿਆ, ਮਾਈਕਾ ਹੋ ਗਿਆ, ਕਾਪਰ ਹੋ ਗਿਆ, ਟੰਗਸਟਨ, ਨਿਕਲ ਐਂਡ ਦਾ ਪ੍ਰੈਸ਼ੀਅਸ ਸਟੋਨਸ ਐਂਡ ਦਾ ਬਿਲਡਿੰਗ ਮਟੀਰੀਅਲਸ। ਇਹ ਸਾਰੇ ਕਿੱਥੋਂ ਪਾਏ ਜਾਂਦੇ ਆ? ਧਾਰਵਾੜ ਸਿਸਟਮ ਦੇ ਵਿੱਚ। ਇਹ ਧਾਰਵਾੜ ਸਿਸਟਮ ਦੀ ਜਿਹੜੀ ਏਰੀਆ ਹੈਗਾ ਕਿਸੇ ਪਰਟੀਕੂਲਰ ਸਟੇਟ ਦੇ ਵਿੱਚ ਨਹੀਂ ਪਾਇਆ ਜਾਂਦਾ। ਜਿਵੇਂ ਕਿ ਆਇਰਨ ਐਂਡ ਔਰ ਹੈਗਾ ਉੜੀਸਾ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ, ਝਾਰਖੰਡ 'ਚ ਪਾਇਆ ਜਾਂਦਾ ਹੈ। ਜਿਹੜਾ ਡੋਲਾਮਾਈਟ ਹੈਗਾ ਉਹ ਰਾਜਸਥਾਨ ਦੇ ਏਰੀਏ 'ਚ ਪਾਇਆ ਜਾਂਦਾ ਹੈ। ਜਿਹੜਾ ਮੀਕਾ ਹੈਗਾ ਮਾਈਕਾ ਉਹ ਆਂਧਰਾ ਪ੍ਰਦੇਸ਼ ਦੇ ਏਰੀਏ 'ਚ ਪਾਇਆ ਜਾਂਦਾ ਹੈ। ਜਿਹੜਾ ਕਾਪਰ ਹੈਗਾ ਫਿਰ ਰਾਜਸਥਾਨ 'ਚ ਪਾਇਆ ਜਾਂਦਾ ਹੈ। ਜਿਹੜਾ ਟੰਗਸਟਨ ਹੈਗਾ ਉਹ ਫਿਰ ਆਪਣੇ ਉੜੀਸਾ, ਨਿਕਲ, ਜਿਹੜੇ ਪ੍ਰੈਸ਼ੀਅਸ ਸਟੋਨਸ ਅਤੇ ਬਿਲਡਿੰਗ ਮਟੀਰੀਅਲ ਹੈਗੇ ਆ ਉਹ ਪਾਏ ਜਾਂਦੇ ਆ ਫਿਰ MP, ਗੁਜਰਾਤ ਅਤੇ ਜਿਹੜਾ ਆਪਣਾ ਰਾਜਸਥਾਨ ਹੈਗਾ ਇਹਨਾਂ ਏਰੀਆ 'ਚ ਪਾਇਆ ਜਾਂਦਾ ਹੈ। ਸੋ ਧਾਰਵਾੜ ਰੌਕ ਸਿਸਟਮ ਵੀ ਇੱਥੇ ਹੀ ਫੈਲਿਆ ਹੋਇਆ।
ਤੇ ਜਿਹੜਾ ਆਪਣਾ ਗੋਲਡ ਹੈਗਾ ਉਹ ਪਾਇਆ ਜਾਂਦਾ ਕਰਨਾਟਕਾ ਦੇ ਵਿੱਚ। ਸੋ ਨਾਲ ਲੱਗਦੇ ਜਿੰਨੇ ਵੀ ਕਨਸੈਪਟ ਆ ਤੁਹਾਨੂੰ ਕਰਵਾ ਰਹੇ ਹਾਂ, ਤੁਸੀਂ ਆਪ ਵੇਖ ਸਕਦੇ ਹੋ ਵੀ ਆਇਰਨ ਐਂਡ ਔਰ ਫਾਊਂਡ ਇਨ ਧਾਰਵਰ ਰੌਕ ਸਿਸਟਮ। ਤੇ ਗੋਂਡਵਾਨਾ ਦੇ ਵਿੱਚ ਕੀ ਪਾਇਆ ਜਾਂਦਾ ਹੈ? ਗੋਂਡਵਾਨਾ ਦੇ ਵਿੱਚ ਪਾਇਆ ਜਾਂਦਾ ਹੈ ਕੋਲ ਪਾਇਆ ਜਾਂਦਾ ਸਭ ਤੋਂ ਜ਼ਿਆਦਾ। ਸੋ ਇਹ ਸੀਗਾ ਆਪਣਾ ਕੁਐਸਚਨ ਹੈਗਾ ਟਲਚਰ ਇਜ਼ ਅ ਫੇਮਸ ਕੋਲ ਰੀਜਨ ਲੋਕੇਟਿਡ ਇਨ। ਜਿਹੜਾ ਟਲਚਰ ਰੀਜਨ ਹੈਗਾ ਫੇਮਸ ਹੈਗਾ ਕੋਲ ਵਾਸਤੇ, ਉਹ ਕਿਹੜੇ ਸਟੇਟ ਦੇ ਵਿੱਚ ਪਾਇਆ ਜਾਂਦਾ? ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਪਹਿਲਾ ਸਟੇਟ ਹੈਗਾ ਆਂਧਰਾ ਪ੍ਰਦੇਸ਼, ਦੂਜਾ ਹੈਗਾ ਛੱਤੀਸਗੜ੍ਹ, ਸੀ ਆਪਸ਼ਨ ਝਾਰਖੰਡ, ਡੀ ਆਪਸ਼ਨ ਉੜੀਸਾ। ਸੋ ਜਿਹੜਾ ਟਲਚਰ ਹੈਗਾ ਫੇਮਸ ਕੋਲ ਰੀਜਨ ਹੈਗਾ ਉਹ ਕਿੱਥੇ ਪਾਇਆ ਜਾਂਦਾ? ਉੜੀਸਾ ਦੇ ਵਿੱਚ ਪਾਇਆ ਜਾਂਦਾ। ਆਪਾਂ ਨੂੰ ਪੜ੍ਹ ਲੈਂਦੇ ਹਾਂ ਦੀ ਜਿਹੜੀ ਡੈਫੀਨੇਸ਼ਨ ਹੈਗੀ ਹੈ। ਟਲਚਰ ਇਜ਼ ਅ ਪ੍ਰੋਮੀਨੈਂਟ ਕੋਲ ਰੀਜਨ ਇਨ ਦਾ Angul district of the Odisha. The management of the coal region in the Talcher is in the hand of the Mahanadi Coal Field Limited, subsidiary of the Coal India Limited. ਜਿਹੜਾ ਤਲਚਰ ਰੀਜਨ ਹੈਗਾ ਉਹ ਕਿੱਥੇ ਫਾਊਂਡ ਕੀਤਾ ਜਾਂਦਾ ਹੈ? ਉੜੀਸਾ ਦੇ ਵਿੱਚ। ਆਪਣੇ ਲਈ ਇੰਨਾ ਹੀ ਪੜ੍ਹਨਾ ਜ਼ਰੂਰੀ ਹੈਗਾ। ਬਾਕੀ ਇਹਨੂੰ ਮੈਨੇਜ ਕੌਣ ਕਰਦਾ ਹੈ? ਮਹਾਨਦੀ ਕੋਲ ਫੀਲਡ ਲਿਮਿਟਡ ਇਹਨੂੰ ਮੈਨੇਜ ਕਰਦੀ ਹੈ, ਜਿਹੜੀ ਕਿ ਸਬਸਿਡਰੀ ਹੈਗੀ ਹੈ ਕੋਲ ਇੰਡੀਆ ਲਿਮਿਟਡ ਦੀ। ਸੋ ਆਪਾਂ ਹੁਣ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸੋ ਵਿਚ ਵਨ ਆਫ ਦਾ ਫੋਲੋਇੰਗ ਗਲੇਸ਼ੀਅਰ ਇਜ਼ ਲੋਕੇਟਡ ਇਨ ਦਾ ਕਮਾਊ ਰੀਜਨ ਆਫ ਦਾ ਉੱਤਰਾਖੰਡ। ਜਿਹੜਾ ਆਪਣਾ ਕਮਾਊ ਰੀਜਨ ਹੈਗਾ ਉੱਤਰਾਖੰਡ ਦੇ ਵਿੱਚ, ਉਹਦੇ ਵਿੱਚ ਕਿਹੜਾ ਫੇਮਸ ਗਲੇਸ਼ੀਅਰ ਪਾਇਆ ਜਾਂਦਾ ਹੈ? ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਹਿਸਪਰ ਗਲੇਸ਼ੀਅਰ, ਬੀ ਆਪਸ਼ਨ ਹੈਗਾ ਜੰਮੂ ਗਲੇਸ਼ੀਅਰ, ਸੀ ਆਪਸ਼ਨ ਹੈਗਾ ਮਿਲਾਮ ਗਲੇਸ਼ੀਅਰ, ਡੀ ਆਪਸ਼ਨ ਹੈਗਾ ਰੁਪਲ ਗਲੇਸ਼ੀਅਰ। ਬਹੁਤ ਇੰਪੋਰਟੈਂਟ ਆਪਸ਼ਨ ਦਿੱਤੇ ਹੋਏ ਆ, ਮਿਲਦੇ ਜੁਲਦੇ ਜੋ ਆਪਸ਼ਨ ਹੈਗੇ ਆ, ਇਹ UPSC ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ। ਸੋ ਜਿਹੜਾ ਮਿਲਾਮ ਗਲੇਸ਼ੀਅਰ ਹੈਗਾ ਉਹ ਕਮਾਊ ਹਿਲਸ ਦੇ ਵਿੱਚ ਪਾਇਆ ਜਾਂਦਾ, ਜਿਹੜੀਆਂ ਕਿ ਉੱਤਰਾਖੰਡ ਦੇ ਵਿੱਚ ਹੈਗੀ ਆ। ਸੋ ਆਪਾਂ ਪੜ੍ਹ ਲੈਂਦੇ ਹਾਂ ਇਹਦੇ ਬਾਰੇ। ਮਿਲਾਮ ਗਲੇਸ਼ੀਅਰ ਇਜ਼ ਅ ਮੇਜਰ ਗਲੇਸ਼ੀਅਰ ਆਫ ਦਾ ਕਮਾਊ ਰੀਜਨ ਇਨ ਦਾ ਉੱਤਰਾਖੰਡ। ਸ਼ਾਰਦਾ ਰਿਵਰ ਔਰ ਦਾ ਕਾਲੀ ਗੰਗਾ ਓਰੀਜਿਨੇਟ ਫਰੋਮ ਦਿਸ ਗਲੇਸ਼ੀਅਰ। ਜਿਹੜੀ ਕਾਲੀ ਗੰਗਾ ਜਾਂ ਸ਼ਾਰਦਾ ਰਿਵਰ ਹੈਗੀ ਹੈ, ਗੰਗਾ ਦੀ ਟ੍ਰਿਬਿਊਟਰੀ, ਉਹ ਕਿੱਥੋਂ ਪਾਈ ਜਾਂਦੀ ਹੈ ਜਾਂ ਕਿੱਥੋਂ ਚੱਲਦੀ ਹੈ? ਉਹ ਚੱਲਦੀ ਹੈ ਮਿਲਾਮ ਗਲੇਸ਼ੀਅਰ ਤੋਂ। ਉਹਦਾ ਓਰੀਜਨ ਕਿੱਥੋਂ ਹੈ? ਮਿਲਾਮ ਗਲੇਸ਼ੀਅਰ ਤੋਂ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣਾ ਚਾਹੂੰਗਾ ਵੀ ਜਿਹੜੀ ਕਾਲੀ ਗੰਗਾ ਹੈਗੀ ਆ ਉਹ ਬਾਰਡਰ ਫਾਰਮ ਕਰਦੀ ਹੈ ਇੰਡੀਆ ਅਤੇ ਨੇਪਾਲ ਦਾ। ਤੁਸੀਂ ਇਹਨੂੰ ਲਿਖ ਲਓ ਆਪਣੀ ਡਾਇਰੀ ਦੇ ਵਿੱਚ, ਕਾਪੀ ਦੇ ਵਿੱਚ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ, ਕਈ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ। ਜੇਕਰ ਤੁਹਾਨੂੰ ਨਹੀਂ ਪਤਾ ਹੈਗਾ ਇਸ ਕੁਐਸਚਨ ਦਾ, ਤੁਸੀਂ ਇਸ ਚੀਜ਼ ਨੂੰ ਨੋਟ ਕਰ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਕਿਹਾ ਜੀ, ਆਪਾਂ ਕੁਐਸਚਨਸ ਨਹੀਂ ਕਰਾਂਗੇ, ਉਹਦੇ ਨਾਲ ਜਿੰਨੇ ਵੀ ਰਿਲੇਟਡ ਕਨਸੈਪਟ ਉਹ ਕੀਤੇ ਜਾਣਗੇ। ਜਿਵੇਂ ਕਿ ਆਪਾਂ ਗਲੇਸ਼ੀਅਰਸ ਦੀ ਗੱਲ ਕਰ ਰਹੇ ਸੀਗੇ, ਹੁਣ ਆਪਾਂ ਇੱਕ ਬਾਉਂਡਰੀ ਦੀ ਗੱਲ ਕਰ ਰਹੇ ਹਾਂ ਜਿਹੜੀ ਕਿ ਨੇਪਾਲ ਦੇ ਨਾਲ ਇੰਡੀਆ ਫਾਰਮ ਕਰਦਾ ਹੈ। ਉਹ ਕਿਹੜੀ ਰਿਵਰ ਫਾਰਮ ਕਰਦੀ ਹੈ ਨੇਪਾਲ ਦੇ ਨਾਲ? ਆਪਣੀ ਨੈਚੁਰਲ ਬਾਉਂਡਰੀ ਤੋਂ ਕਿਆ ਕਹਿ ਸਕਦੇ ਹਾਂ? ਕਾਲੀ ਰਿਵਰ, ਜਾਂ ਕਹਿ ਸਕਦੇ ਹਾਂ ਕਾਲੀ ਗੰਗਾ। ਕਾਲੀ ਗੰਗਾ ਦਾ ਓਰੀਜਨ ਕਿੱਥੇ ਹੈਗਾ? ਉਹ ਹੈਗਾ ਮਿਲਾਮ ਗਲੇਸ਼ੀਅਰ 'ਚ। ਬਹੁਤ ਇੰਪੋਰਟੈਂਟ ਹੈਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਬਹੁਤ ਹੀ ਇੰਪੋਰਟੈਂਟ ਕੁਐਸਚਨ, ਸਿਰਾਈਕੋਟਾ ਆਈਲੈਂਡ ਲੋਕੇਟਿਡ ਇਨ। ਜਿਹੜਾ ਆਪਣਾ ਸਿਰਾਈਕੋਟਾ ਆਈਲੈਂਡ ਹੈ, ਜਿੱਥੋਂ ਆਪਣੀਆਂ ਜਿਹੜਾ ਇਸਰੋ ਹੈਗਾ ਆਪਣੀ ਜਿਹੜੀਆਂ ਸੈਟੇਲਾਈਟ ਲਾਂਚ ਕਰਦਾ, ਉਹ ਸਰਾਈਕੋਟਾ ਆਈਲੈਂਡ ਤੋਂ ਕਰਦਾ। ਇਹ ਕਈ ਵਾਰੀ ਕੁਐਸਚਨ ਪੁੱਛਿਆ ਹੋਇਆ ਵੀ ਜਿਹੜਾ ਸਰਾਈਕੋਟਾ ਆਈਲੈਂਡ ਹੈ ਉਹ ਕਿੱਥੇ ਹੈਗਾ? ਸੋ ਨੀਅਰ ਚਿਲਿਕਾ ਲੇਕ। ਸੋ ਨੇ ਬੀ ਆਪਸ਼ਨ ਹੈਗਾ ਨੀਅਰ ਦਾ ਮਾਊਥ ਆਫ ਦਾ ਮਹਾਨਦੀ, ਨੀਅਰ ਦਾ ਪੁਲੀਕਟ ਲੇਕ, ਨੀਅਰ ਦਾ ਮਾਊਥ ਆਫ ਇੱਥੇ ਪੜ੍ਹ ਲਿਓ ਜੀ ਕ੍ਰਿਸ਼ਨਾ ਰਿਵਰ। ਸੋ ਜਿਹੜਾ ਸਰਾਈਕੋਟਾ ਆਈਲੈਂਡ ਹੈਗਾ ਉਹ ਹੈਗਾ ਨੀਅਰ ਦੀ ਪੁਲੀਕਟ ਲੇਕ, ਜਿਹੜੀ ਹੈਗੀ ਹੈ ਬਾਰਡਰ 'ਤੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਬਾਰਡਰ 'ਤੇ। ਬਹੁਤ ਹੀ ਇੰਪੋਰਟੈਂਟ ਹੈ, ਕਈ ਵਾਰੀ ਪੁੱਛਿਆ ਗਿਆ ਵੀ ਪੁਲੀਕਟ ਲੇਕ 'ਤੇ ਬਹੁਤ ਵਾਰੀ ਕੁਐਸਚਨ ਪੁੱਛੇ ਗਏ ਆ ਵੀ ਕਿਹੜੀ ਸਟੇਟ ਦੇ ਵਿੱਚ ਆਉਂਦੀ ਹੈ? ਆਂਧਰਾ ਪ੍ਰਦੇਸ਼ ਦੇ ਵਿੱਚ ਆਉਂਦੀ ਹੈ। ਇੱਥੇ ਬਹੁਤ ਹੀ ਫੇਮਸ ਫੈਸਟੀਵਲ ਵੀ ਲੱਗਦਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵੀ ਪੁਲੀਕਟ ਲੇਕ 'ਤੇ ਕਿਹੜਾ ਫੈਸਟੀਵਲ ਲੱਗਦਾ। ਸੋ ਆਪਾਂ ਪੜ੍ਹ ਲੈਂਦੇ ਇਹਨੂੰ। ਸਰਾਈਕੋਟਾ ਆਈਲੈਂਡ ਇਜ਼ ਲੋਕੇਟਿਡ ਨੀਅਰ ਦਾ ਪੁਲੀਕਟ ਲੇਕ ਆਫ ਦਾ ਆਂਧਰਾ ਪ੍ਰਦੇਸ਼। ਇਟ ਸੈਪਰੇਟ ਪੁਲੀਕਟ ਲੇਕ ਫਰੋਮ ਦਾ ਬੇ ਆਫ ਬੰਗਾਲ। ਇੱਕ ਛੋਟਾ ਜਿਹਾ ਆਈਲੈਂਡ ਹੈਗਾ ਜਿਹੜਾ ਸੈਪਰੇਟ ਕਰਦਾ ਹੈ ਪੁਲੀਕਟ ਲੇਕ ਨੂੰ ਬੇ ਆਫ ਬੰਗਾਲ ਤੋਂ। ਸਤੀਸ਼ ਧਵਨ ਸਪੇਸ ਸੈਂਟਰ ਇਜ਼ ਲੋਕੇਟਿਡ ਇਨ ਸਰਾਈਕੋਟਾ। ਜਿਹੜਾ ਸਤੀਸ਼ ਧਵਨ ਸਪੇਸ ਸੈਂਟਰ ਹੈਗਾ ਉਸ ਸਰਾਈਕੋਟਾ ਆਈਲੈਂਡ 'ਤੇ ਹੈਗਾ, ਬਹੁਤ ਇੰਪੋਰਟੈਂਟ ਹੈਗਾ। ਸੋ ਇਹਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵੀ ਜਿਹੜਾ ਸਰਾਈਕੋਟਾ ਆਈਲੈਂਡ ਹੈਗਾ ਨੀਅਰ ਪੁਲੀਕਟ ਲੇਕ ਹੈਗਾ। ਜਿਹੜਾ ਸਰਾਈਕੋਟਾ ਆਈਲੈਂਡ ਹੈਗਾ ਉਹ ਸੈਪਰੇਟ ਕਰਦਾ ਬੇ ਆਫ ਬੰਗਾਲ ਅਤੇ ਪੁਲੀਕਟ ਲੇਕ ਨੂੰ। ਇਹ ਕੁਐਸਚਨ ਪੁੱਛਿਆ ਹੋਇਆ UPSC ਦਾ, ਤਾਂ ਆਪਾਂ ਇਹਦੇ 'ਤੇ ਜ਼ਿਆਦਾ ਐਮਫੈਸਿਸ ਕਰ ਰਹੇ ਹਾਂ। ਜਿਹੜੀ ਪੁਲੀਕਟ ਲੇਕ ਹੈਗੀ ਹੈ ਉਹ ਕਿੱਥੇ ਹੈਗੀ ਹੈ? ਆਂਧਰਾ ਪ੍ਰਦੇਸ਼ ਦੇ ਵਿੱਚ। ਸੋ ਆਪਾਂ ਇਹਨੂੰ ਵੀ ਯਾਦ ਰੱਖਣਾ। ਇਹ ਜਮਾਂ ਬਾਰਡਰ 'ਤੇ ਹੈਗੀ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ, ਪਰ ਆਉਂਦੀ ਕਿਹਦੇ ਵਿੱਚ ਹੈ? ਕਿਹੜੀ ਸਟੇਟ ਦੇ ਵਿੱਚ ਆਉਂਦੀ ਹੈ? ਆਉਂਦੀ ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਹੈਗਾ ਦ ਪਟ ਰੀਜਨ ਇਜ਼ ਲੋਕੇਟਿਡ ਇਨ। ਇਹ ਪਟ ਰੀਜਨ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ। ਸੋ ਆਪਾਂ ਨੂੰ ਅਗਾਂਹ ਵੀ ਪੁੱਛਿਆ ਜਾ ਸਕਦਾ ਵੀ ਕਿੱਥੇ ਹੈਗਾ, ਕਿੱਥੇ ਲੋਕੇਟ ਕੀਤਾ ਜਾ ਸਕਦਾ, ਕਿਹੜੀ ਸਟੇਟ ਦੇ ਵਿੱਚ ਲੋਕੇਟ ਕੀਤਾ ਜਾ ਸਕਦਾ। ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਅਤੇ ਮੇਘਾਲਿਆ। ਜਿਹੜਾ ਪਟ ਰੀਜਨ ਹੈਗਾ ਉਹ ਝਾਰਖੰਡ ਦੇ ਵਿੱਚ ਲੋਕੇਟ ਕੀਤਾ ਜਾ ਸਕਦਾ। ਇਹ ਲੋਕੇਸ਼ਨ ਜੋਗ੍ਰਾਫੀ ਦਾ ਕੁਐਸਚਨ ਹੈਗਾ। ਸੋ ਆਪਾਂ ਥੋੜ੍ਹੀ ਜਿਹੀ ਇਹਦੀ ਡੈਫੀਨੇਸ਼ਨ ਵੀ ਪੜ੍ਹ ਲੈਂਦੇ ਹਾਂ। ਦਾ ਪਟ ਰੀਜਨ ਇਜ਼ ਲੋਕੇਟਿਡ ਇਨ ਦਾ ਛੋਟਾ ਨਾਗਪੁਰ ਰੀਜਨ।
This region has high hill peaks. The maximum part of the Chota Nagpur Plateau lies in the state of the Jharkhand, so the correct answer is B. ਸੋ ਜਿਹੜਾ ਪਟ ਰੀਜਨ ਹੈਗਾ ਮੇਜਰ ਛੋਟਾ ਨਾਗਪੁਰ ਪਲੇਚੂ ਤੇ ਹੁੰਦਾ ਜਾਂ ਹੈਗਾ, ਤੇ ਜਿਹੜਾ ਛੋਟਾ ਨਾਗਪੁਰ ਪਲੇਚੂ ਹੈਗਾ ਉਹਦਾ ਸਭ ਤੋਂ ਜ਼ਿਆਦਾ ਜਿਹੜਾ ਏਰੀਆ ਕਵਰਡ ਹੈਗਾ ਉਹ ਝਾਰਖੰਡ ਦੇ ਵਿੱਚ ਹੈਗਾ। ਇਸ ਲਈ ਆਪਾਂ ਆਪਣਾ ਆਨਸਰ ਹੋ ਜਾਊਗਾ ਝਾਰਖੰਡ ਹੋ ਜਾਊਗਾ। ਪਟ ਰੀਜਨ ਵੈਸੇ ਆਪਾਂ ਨੂੰ ਜੇ ਕੱਲ੍ਹ ਨੂੰ ਹਿਲਸ ਜਾਂ ਪਲੇਚੂ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਆਪਣਾ ਆਨਸਰ ਆ ਜਾਊਗਾ ਛੋਟਾ ਨਾਗਪੁਰ ਪਲੇਚੂ ਤੇ ਹੈਗਾ ਪਟ ਰੀਜਨ। ਛੋਟਾ ਨਾਗਪੁਰ ਪਲੇਚੂ ਕਿੱਥੇ ਹੈਗਾ? ਝਾਰਖੰਡ ਦੇ ਵਿੱਚ ਹੈਗਾ। ਛੋਟਾ ਨਾਗਪੁਰ ਪਲੇਚੂ ਤੇ ਆਪਣੀ ਹੋਈ ਸੀ ਸੰਥਰ ਰਬੇਲੀਅਨ, ਜਿਹੜੀ ਹੋਈ ਸੀ 1855 ਦੇ ਵਿੱਚ ਤੇ 56 ਦੇ ਵਿੱਚ। 1855-56 ਦੇ ਵਿੱਚ ਜਿਹੜੀ ਹੋਈ ਸੀ ਲਾਰਡ ਡਲਹੌਜ਼ੀ ਨੇ ਇਹਨੂੰ ਖਤਮ ਕੀਤਾ ਸੀਗਾ। ਸੋ ਇਹ ਸੀਗਾ ਆਪਣਾ ਅੱਜ ਦਾ ਲੈਕਚਰ। ਫਰਦਰ ਜਿਹੜਾ ਲੈਕਚਰ ਹੈ ਜੀਓਗ੍ਰਾਫੀ ਤੇ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਜੇ ਤੁਸੀਂ ਇਸੇ ਤਰ੍ਹਾਂ ਕੁਆਲਿਟੀ ਵਾਈਜ਼ ਕੁਐਸਚਨ ਚਾਹੁੰਦੇ ਹੋ, ਰਿਵਿਊਜ਼ ਆਪਣੇ ਜ਼ਰੂਰ ਦਿਓ ਵੀ ਤੁਹਾਨੂੰ ਲੈਕਚਰਸ ਕਿਵੇਂ ਲੱਗ ਰਹੇ ਆ। ਤੇ ਜਿਹੜੀ ਸਾਡੀ ਟੈਸਟ ਸੀਰੀਜ਼ ਹੈਗੀ ਹੈ ਉਹ 996 ਦੇ ਰੁਪੀਸ ਦੇ ਵਿੱਚ ਅਸੀਂ ਲਾਂਚ ਕੀਤੀ ਹੋਈ ਹੈ। ਬਹੁਤ ਹੀ ਕੁਆਲਿਟੀ ਕੰਟੈਂਟ ਦੇ ਵਿੱਚ ਅਸੀਂ ਕੁਐਸਚਨ ਪ੍ਰੋਵਾਈਡ ਕਰਾਂਗੇ, ਡਿਟੇਲ ਉਹਦੀ ਐਕਸਪਲੇਨੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ। ਬਾਕੀ ਜਿਹੜੇ ਸਾਡੇ ਕੋਰਸਿਸ ਹੈਗੇ ਆਨਲਾਈਨ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਕ੍ਰੈਸ਼ ਕੋਰਸ ਅਸੀਂ ਲਾਂਚ ਕੀਤਾ ਹੋਇਆ CPC ਐਗਜ਼ਾਮ ਗੁਰੂ ਐਪ 'ਤੇ। ਬਾਕੀ ਜਿਹੜੇ ਪਟਵਾਰੀ ਦੇ ਕੋਰਸਿਸ ਹੈਗੇ ਆ ਉਹਨਾਂ ਨੂੰ ਵੀ ਤੁਸੀਂ ਵੇਖ ਸਕਦੇ ਹੋ। ਫਰਦਰ ਇੱਕ ਹੋਰ ਅਪਡੇਟ ਹੈਗੀ ਹੈ, ਅਸੀਂ ਫ੍ਰੀ ਕੁਇਜ਼ ਚਲਾਏ ਆ। ਆਪਣੀ ਜਿਹੜੀ ਐਪ ਹੈਗੀ ਹੈ CBC ਐਗਜ਼ਾਮ ਗੁਰੂ ਐਪ, ਜਿਹੜੀ ਐਂਡਰੋਇਡ ਤੋਂ ਪਲੇ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇੱਕ ਐਂਡਰੋਇਡ ਐਪ ਹੈਗੀ ਹੈ ਤੋ ਉਹਨੂੰ ਡਾਊਨਲੋਡ ਕਰ ਸਕਦੇ ਹੋ ਤੇ ਉੱਥੇ ਅਸੀਂ ਫ੍ਰੀ ਕੁਇਜ਼ ਚਲਾਏ ਆ ਤੁਹਾਡੇ ਲਈ, ਪੰਜਾਬ PCS ਲਈ ਜਾਂ ਹੋਰ ਜਿਹੜੇ ਆਪਣੇ ਸਟੇਟ ਦੇ ਐਗਜ਼ਾਮ ਹੁੰਦੇ ਉਹਨਾਂ ਲਈ। ਸੋ ਤੁਸੀਂ ਉਹਦਾ ਫਾਇਦਾ ਚੁੱਕ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਰਿਵਿਊਜ਼ ਜ਼ਰੂਰ ਦਿਓ ਵੀ ਤੁਹਾਨੂੰ ਲੈਕਚਰਸ ਕਿਵੇਂ ਲੱਗ ਰਹੇ ਆ।